ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਇੱਕ ਅਤੀ ਪਵਿੱਤਰ ਵਿਸ਼ੇ ਦੇ ਉੱਤੇ ਸੀਰੀਜ਼ ਸ਼ੁਰੂ ਕਰਨ ਲੱਗਾ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਨੂੰ ਸਾਰੇ ਪਿਆਰ ਨਾਲ ਸਰਵਣ ਕਰੋਗੇ ਤੇ ਇਸ ਨੂੰ ਸਮਝ ਕੇ ਇਸ ਦੇ ਉੱਤੇ ਅਮਲ ਕਰਨ ਦੀ ਕੋਸ਼ਿਸ਼ ਵੀ ਕਰੋਗੇ। ਇਹ ਵਿਸ਼ਾ ਹੈ ਰੱਬ ਇੱਕ ਬੁਝਾਰਤ। ਇਸ ਵਿਸ਼ੇ ਦੇ ਉੱਤੇ ਜਦੋਂ ਇਨਸਾਨ ਦਾ ਜਨਮ ਹੋਇਆ ਉਸ ਵੇਲੇ ਤੋਂ ਸੋਚ ਲੱਗੀ ਹੋਈ ਹੈ ਕਿ ਰੱਬ ਕੀ ਹੈ, ਕਿਹੜੀ ਸ਼ਕਲ ਵਿੱਚ ਹੈ, ਇਸ ਨੇ ਸਾਨੂੰ ਪੈਦਾ ਕੀਤਾ ਹੈ ਕਿ ਨਹੀਂ ਕੀਤਾ, ਸਾਡੀ ਰੱਖਿਆ ਕਰਦਾ ਕਿ ਨਹੀਂ ਕਰਦਾ, ਸਾਡੀ ਅਰਦਾਸ ਪੂਰੀ ਕਰਦਾ ਕਿ ਨਹੀਂ ਪੂਰੀ ਕਰਦਾ। ਇੱਕ ਦੌੜ ਲੱਗੀ ਹੋਈ ਹੈ ਬਹੁਤ ਹੀ ਪੁਰਾਤਨ ਸਮੇਂ ਤੋਂ। ਸੋ ਆਓ ਆਪਾਂ ਇਸ ਦੇ ਬਾਰੇ ਵਿਚਾਰ ਸਾਂਝੇ ਕਰੀਏ। ਤੇ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਕਿ ਸਾਇੰਟੀਫਿਕ ਯੁੱਗ ਹੈ, ਬਹੁਤ ਐਡਵਾਂਸ ਹੋ ਚੁੱਕਾ ਹੈ ਟੈਕਨੋਲੋਜੀ ਦੇ ਵਿੱਚ ਤੇ ਬਾਕੀ ਹੋਰ ਵਿਗਿਆਨਿਕ ਕਾਢਾਂ ਦੇ ਨਾਲ। ਸੋ ਪਰਮਾਤਮਾ ਬਾਰੇ ਇਸ ਵਿਸ਼ੇ ਉੱਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਜਿਸ ਵੇਲੇ ਇਨਸਾਨ ਪੈਦਾ ਹੁੰਦਾ, ਚਾਹੇ ਔਰਤ ਹੈ ਚਾਹੇ ਮਰਦ ਹੈ, ਬੱਚਾ ਹੁੰਦਾ, ਮਾਂ ਦੇ ਪੇਟ ਦੇ ਵਿੱਚੋਂ ਬਾਹਰ ਨਿਕਲਦਾ ਹੈ, ਤੇ ਸਭ ਨੇ ਇਹ ਦੇਖਿਆ ਹੈ ਕਿ ਜਿਸ ਵੇਲੇ ਜਨਮ ਲੈਂਦਾ ਹੈ ਤੇ ਚੀਕਾਂ ਮਾਰਦਾ, ਰੋਂਦਾ ਦੱਬ ਕੇ। ਇਹ ਕਾਰਨ ਕੀ ਹੈ? ਕਾਰਨ ਇਹ ਹੈ ਕਿ ਜਿਸ ਵੇਲੇ ਮਾਂ ਦੇ ਪੇਟ ਦੇ ਵਿੱਚ ਹੁੰਦਾ ਹੈ, ਬੱਚਾ ਬਹੁਤ ਸੁਰੱਖਿਅਤ ਹੁੰਦਾ, ਪਾਣੀ ਦੇ ਫਲੂਡ ਦੇ ਵਿੱਚ ਹੁੰਦਾ, ਸਾਰੀ ਚੀਜ਼ ਮਾਂ ਦੇ ਪੇਟ ਦੇ ਵਿੱਚੋਂ ਮਿਲਦੀ ਹੈ, ਐਨਰਜੀ ਵੀ ਮਿਲਦੀ ਹੈ, ਖਾਣਾ ਵੀ ਮਿਲਦਾ ਹੈ, ਹਰ ਚੀਜ਼ ਦੀ ਪਰਵਰਿਸ਼ ਜਿਹੜੀ ਅੰਦਰ ਹੀ ਹੋਈ ਜਾਂਦੀ ਹੈ ਤੇ ਬੱਚਾ ਬਹੁਤ ਸੇਫ ਹੁੰਦਾ, ਸੇਫ ਐਨਵਾਇਰਨਮੈਂਟ 'ਚ ਹੁੰਦਾ। ਜਿਸ ਵੇਲੇ ਉਹ ਇੱਕਦਮ ਬਾਹਰ ਆਉਂਦਾ ਤੇ ਉਸ ਨੂੰ ਸ਼ੌਕ ਲੱਗਦਾ, ਇੱਕ ਬਹੁਤ ਵੱਡਾ ਸ਼ੌਕ ਵੀ ਇਹ ਕੀ ਹੋ ਗਿਆ, ਤੇ ਉਹ ਅਸੁਰੱਖਿਅਤ ਜਿਹੜਾ ਫੀਲ ਕਰਦਾ, ਇਨਸਿਕਿਉਰ ਫੀਲ ਕਰਦਾ, ਡਰ ਜਾਂਦਾ, ਘਬਰਾ ਜਾਂਦਾ, ਮੈਂ ਕਿੱਥੇ ਆ ਗਿਆ, ਕੀ ਬਣੇਗਾ। ਇਹਨੂੰ ਕਹਿੰਦੇ ਇਨਸਿਕਿਉਰਿਟੀ। ਹਿਊਮਨ ਬੇਸਿਕ ਇਨਸਟਿੰਕਟ ਫੂਡ, ਉਹਦੇ ਵਰਗਾ ਹੀ ਇਹ ਇਨਸਿਕਿਉਰਿਟੀ ਇੱਕ ਇਨਸਟਿੰਕਟ ਹੈ। ਇਹਦੇ ਤੋਂ ਆਦਮੀ ਬਚ ਨਹੀਂ ਸਕਦਾ, ਹਰ ਇੱਕ ਦੇ ਵਿੱਚ ਹੈ। ਸੋ ਆਊਟ ਆਫ ਬੇਸਿਕ ਇਨਸਿਕਿਉਰਿਟੀ ਇਹ ਸਾਡੇ ਅੰਦਰ ਡਰ ਪੈਦਾ ਹੁੰਦਾ ਕਿ ਮੈਂ ਕਿੱਥੇ ਆ ਗਿਆ, ਮੇਰਾ ਕੀ ਬਣੇਗਾ, ਕੀ ਵਾਪਰੇਗਾ, ਤੇ ਮੈਂ ਉਸ ਦੇ ਨਾਲ ਕਿਸ ਤਰ੍ਹਾਂ ਪੇਸ਼ ਆਊਂਗਾ, ਕੌਣ ਮੈਨੂੰ ਬਚਾਏਗਾ। ਇੱਥੇ ਕਨਸੈਪਟ ਸ਼ੁਰੂ ਹੁੰਦਾ ਪਰਮਾਤਮਾ ਦਾ। ਇਸ ਗੱਲ ਨੂੰ ਵਾਲੇ ਵਿਸ਼ੇ ਨੂੰ ਲੈ ਕੇ ਆਦਮੀ ਰੱਬ ਬਾਰੇ ਸੋਚਦਾ ਹੈ ਤੇ ਪੁਰਾਤਨ ਸਮੇਂ ਦੇ ਵਿੱਚ ਉਸ ਨੇ ਰੱਬ ਬਾਰੇ ਸੋਚਿਆ। ਉਸ ਨੂੰ ਡਰ ਲੱਗਾ। ਜਿਸ ਨੇ ਵੀ ਆਦਮੀ ਦੀ ਹੋਂਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਤਾਕਤ ਨੇ ਵੀ ਕੋਸ਼ਿਸ਼ ਕੀਤੀ, ਜਾਂ ਤੇ ਉਹਦੇ ਨਾਲ ਲੜਿਆ ਤੇ ਉਹਨੂੰ ਹਰਾਤਾ, ਜੇ ਨਹੀਂ ਹਰਾ ਸਕਿਆ ਤੇ ਉਹਦੇ ਅੱਗੇ ਹੱਥ ਜੋੜ ਦਿੱਤੇ ਤੇ ਉਹਨੂੰ ਰੱਬ ਮੰਨ ਲਿਆ, ਦੇਵਤਾ ਮੰਨ ਲਿਆ। ਉਦਾਹਰਨ ਦੇ ਤੌਰ ਤੇ ਇੰਨੀ ਜ਼ੋਰ ਦੀ ਅੱਗ ਲੱਗੀ, ਸੂਰਜ ਤੋਂ ਅੱਗ ਪੈ ਰਹੀ ਹੈ, ਜੰਗਲਾਂ ਨੂੰ ਅੱਗ ਲੱਗੀ ਹੈ, ਬੰਦੇ ਨੂੰ ਲੱਗਿਆ ਵੀ ਇਹ ਤੇ ਮੇਰੇ ਵੱਸ ਤੋਂ ਬਾਹਰ ਹੈ, ਇਹ ਤੇ ਮੈਨੂੰ ਖਤਮ ਕਰ ਸਕਦੀ। ਅਗਨੀ ਦੇਵਤਾ ਮੰਨ ਲਿਆ, ਜਲ ਦੇਵਤਾ ਮੰਨ ਲਿਆ, ਜੇ ਵੱਡਾ ਪੱਥਰ ਹੈ ਡਿੱਗਣਾ ਤੇ ਉਹਨਾਂ ਨੂੰ ਦੇਵਤਾ ਮੰਨ ਲਿਆ, ਜੇ ਕੋਈ ਨੈਚੁਰਲ ਆਫਤ ਆ ਗਈ ਹੈ ਉਹਨੂੰ ਦੇਵਤਾ ਮੰਨ ਲਿਆ, ਜੇ ਕੋਈ ਬਹੁਤ ਵੱਡੀ ਬਿਮਾਰੀ ਪੈ ਗਈ ਜਿਹ 'ਤੇ ਕੰਟਰੋਲ ਨਹੀਂ ਉਹਨੂੰ ਮਾਤਾ ਮੰਨ ਲਿਆ। ਇਸ ਤਰ੍ਹਾਂ ਕਰਕੇ ਜਿਹੜੀਆਂ ਸ਼ਕਤੀਆਂ ਸੀ, ਨੈਚੁਰਲ ਸ਼ਕਤੀਆਂ ਸੀ, ਕਰ ਕਰਕੇ ਸਭ ਨੂੰ ਪਰਮਾਤਮਾ ਮੰਨਿਆ ਗਿਆ।
ਤੇ ਇਸ ਤਰ੍ਹਾਂ ਹੀ ਅਸੀਂ ਲੱਖਾਂ ਕਰੋੜਾਂ ਦੇਵੀ ਦੇਵਤੇ ਬਣਾ ਕੇ ਉਹਨਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਹੁਣ ਵੀ ਜਿਹੜੀਆਂ ਇਸੇ ਤਰ੍ਹਾਂ ਹੀ ਸਾਡੀਆਂ ਸੀਕ੍ਰੇਟ ਬੁੱਕਸ ਲਿਖੀਆਂ ਹੋਈਆਂ, ਗ੍ਰੰਥ ਲਿਖੇ ਹੋਏ ਆ, ਜਿਵੇਂ ਹਿੰਦੂ ਧਰਮ ਦੇ ਵਿੱਚ ਭਗਵਤ ਗੀਤਾ, ਮੁਸਲਮਾਨ ਧਰਮ ਦੇ ਵਿੱਚ ਕੁਰਾਨ ਸ਼ਰੀਫ ਹੈ, ਸਿੱਖੀਜ਼ਮ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਇਹ ਸਾਡੇ ਧਾਰਮਿਕ ਗ੍ਰੰਥ ਹੈ। ਜੋ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖਿਆ ਹੈ, ਸਾਨੂੰ ਪਤਾ ਇਹ ਅਟੱਲ ਸੱਚਾਈ ਹੈ, ਸਾਡੇ ਗੁਰੂਆਂ ਨੇ ਲਿਖੀ ਹੈ, ਇਹ ਦੇ ਮੁਤਾਬਕ ਹੀ ਸਾਰਾ ਕੁਝ ਚੱਲਣਾ। ਤੇ ਇਸੇ ਨੂੰ ਰੱਬ ਮੰਨ ਕੇ ਪੂਜਾ ਕਰੋ ਤੇ ਇਸ ਤੋਂ ਡਰ ਕੇ ਤੇ ਇਹਨੂੰ ਪਰਮਾਤਮਾ ਮੰਨ ਕੇ ਇਹਦੇ ਤੇ ਚੱਲੋ। ਸੋ ਡਿਫਰੈਂਟ ਫਾਰਮਸ ਦੇ ਵਿੱਚ, ਇੱਕ ਤੇ ਸਾਡੀਆਂ ਕੁਦਰਤੀ ਆਫਤਾਂ ਜਿਹੜੀਆਂ, ਦੂਜੀ ਸਾਡੇ ਧਾਰਮਿਕ ਗ੍ਰੰਥ ਹੈ। ਇਸੇ ਤਰੀਕੇ ਦੇ ਨਾਲ ਅਸੀਂ ਸਟਰਕਚਰ ਕ੍ਰੀਏਟ ਕਰ ਲਈ ਆਪਣੀ ਵਿਜ਼ਨ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ। ਅਸੀਂ ਆਰਕੀਟੈਕਚਰਲ ਡਿਜ਼ਾਈਨ ਬਣਵਾ ਕੇ, ਕਿਸੇ ਨੇ ਉਹ ਕਰਵ ਵਾਲਾ ਬਣਾ ਲਿਆ, ਕਿਸੇ ਨੇ ਗੋਲ ਗੁੰਬਜ ਬਣਵਾ ਲਿਆ, ਕਿਸੇ ਨੇ ਫਲੈਟ ਬਣਾਤਾ, ਕਿਸੇ ਨੇ ਸਿੱਧਾ ਤਿੱਖੀ ਨੋਕ ਕਰਕੇ ਬਿਲਡਿੰਗ ਬਣਾ ਲਈ। ਤੇ ਅਸੀਂ ਆਪਣੇ ਆਪਣੇ ਜਿਹੜੇ ਆ ਗਿਰਜਾ ਘਰ, ਮਸੀਤਾਂ, ਗੁਰਦੁਆਰੇ, ਮੰਦਰ ਬਣਾ ਲਏ ਤੇ ਉਹਨਾਂ ਦੀ ਵੀ ਪੂਜਾ ਕਰਨ ਲੱਗ ਪਏ, ਉਹਨਾਂ ਅੱਗੇ ਵੀ ਮੱਥਾ ਟੇਕਣ ਲੱਗ ਪਏ। ਸੋ ਸਾਡੀ ਟੇਕ ਇੱਕ ਜਗ੍ਹਾ ਤੇ ਵੀ ਨਹੀਂ ਟਿਕੀ। ਇਨਸਾਨ ਜਿਹੜਾ ਭਟਕਦਾ ਹੀ ਗਿਆ। ਪ੍ਰੋਫੈਸਰ ਮੋਹਨ ਸਿੰਘ ਨੇ ਇੱਕ ਕਵਿਤਾ ਲਿਖੀ ਹੈ ਬਹੁਤ ਸ਼ਾਨਦਾਰ। ਉਹ 'ਚ ਕਹਿੰਦਾ ਹੈ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਖੋਲਦੇ ਪੇਚ ਇਸ ਦੇ ਕਾਫਰ ਹੋ ਜਾਏ ਬੰਦਾ। ਅੱਜ ਇਹ ਹਾਲਾਤ ਹੋਏ ਆ। ਮੈਂ ਕਿਸੇ ਧਰਮ, ਕਿਸੇ ਮਜ਼ਹਬ, ਕਿਸੇ ਜਾਤ ਨੂੰ ਮਾੜਾ ਨਹੀਂ ਕਹਿੰਦਾ। ਸਾਰੇ ਆਪੋ ਆਪਣੀ ਜਗ੍ਹਾ ਤੇ ਚੰਗੇ ਹਨ, ਮਨੁੱਖ ਹਨ, ਪੂਜਣਯੋਗ ਹਨ। ਪਰ ਇੱਕ ਜਿਹੜਾ ਇਨਸਾਨ ਆ, ਪਿਓਰ ਇਨਸਾਨ ਹੈ, ਉਹ ਹਾਲੇ ਵੀ ਭਟਕਦਾ। ਉਹਨੂੰ ਜਗ੍ਹਾ ਨਹੀਂ ਮਿਲੀ, ਉਹਨੂੰ ਸਥਾਨ ਨਹੀਂ ਮਿਲਿਆ ਕਿ ਮੈਂ ਕਿਹਨੂੰ ਮੰਨਾਂ, ਕਿਹੜਾ ਚੰਗਾ, ਕਿਹੜਾ ਮਾੜਾ। ਤੁਲਨਾ ਹੀ ਨਹੀਂ ਹੁੰਦੀ, ਫੈਸਲਾ ਹੀ ਨਹੀਂ ਹੁੰਦਾ। ਸੋ ਇਸ ਵਿਸ਼ੇ ਦੇ ਉੱਤੇ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ। ਇਸ ਕਰਕੇ ਹੀ ਮੈਂ ਇਹਨੂੰ ਕਿਹਾ ਕਿ ਇਹ ਅਤੀ ਪਵਿੱਤਰ ਵਿਸ਼ਾ ਹੈ, ਜਿਹਦੇ ਬਾਰੇ ਅਸੀਂ ਗੱਲ ਕਰਨੀ ਸ਼ੁਰੂ ਕਰਾਂਗੇ। ਪਹਿਲੀ ਤੇ ਗੱਲ ਮੈਂ ਇਹ ਗੱਲ ਕਹੀ ਹੈ ਕਿ ਰੱਬ ਜਿਹੜਾ, ਇਹਦਾ ਮੁੱਢ ਇਨਸਿਕਿਉਰਿਟੀ, ਵੀ ਸਾਡੀ ਹੋਂਦ ਨੂੰ ਜਿੱਥੇ ਖਤਰਾ ਪੈਦਾ ਹੁੰਦਾ ਨਾ, ਅਸੀਂ ਉਸ ਸ਼ਕਤੀ ਦੇ ਅੱਗੇ ਮੱਥਾ ਟੇਕਦੇ ਨੇ, ਝੁਕ ਜਾਂਦੇ, ਲੰਮੇ ਪੈ ਜਾਂਦੇ ਤੇ ਉਸ ਨੂੰ ਆਪਣਾ ਰੱਬ ਮੰਨ ਕੇ ਪੂਜਣਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਹੁਣ ਅਸਲੀਅਤ ਇਹ ਦੇਖਣੀ ਹੈ ਕਿ ਇਹ ਤੇ ਸਾਡੀ ਮੰਨਣ ਦੀਆਂ ਗੱਲਾਂ ਨੇ, ਪਰ ਅਸਲ ਦੇ ਵਿੱਚ ਪਰਮਾਤਮਾ, ਰੱਬ, ਅੱਲਾ, ਈਸ਼ਵਰ, ਗੋਡ, ਵਾਹਿਗੁਰੂ, ਜਿਹਨੂੰ ਅਸੀਂ ਵੱਖਰੇ ਵੱਖਰੇ ਨਾਮ ਦਿੱਤੇ ਆ, ਇਹ ਕਿਸ ਹਸੀਅਤ ਦੇ ਵਿੱਚ ਹੈ, ਕਿੱਥੇ ਰਹਿੰਦਾ, ਇਹਨੂੰ ਮਿਲ ਸਕਦੇ, ਇਹਨੂੰ ਵੇਖ ਸਕਦੇ, ਇਹਦੇ ਕੋਲੋਂ ਅਰਦਾਸ ਕਰੀਏ ਤਾਂ ਪੂਰੀ ਹੋ ਸਕਦੀ ਹੈ, ਇਹ ਇਨਸਾਨ ਦੇ ਰੂਪ ਦੇ ਵਿੱਚ ਸਾਡੇ ਕੋਲ ਆ ਸਕਦਾ। ਇਹ ਬਹੁਤ ਵੱਡੇ ਵੱਡੇ ਸਵਾਲ ਹਨ ਜਿਨ੍ਹਾਂ ਦਾ ਜਵਾਬ ਜਿਹੜਾ ਇਹ ਹੌਲੀ ਹੌਲੀ ਇਸ ਦੇ ਉੱਤੇ ਖੋਜ ਕਰਦਿਆਂ ਸਾਇੰਸ ਨੇ ਦੇਣਾ ਸ਼ੁਰੂ ਕਰ ਦਿੱਤਾ ਤੇ ਬਹੁਤ ਜਗ੍ਹਾ ਤੇ ਇਹ ਕਲੀਅਰ ਹੋ ਗਿਆ ਕਿ ਰੱਬ ਕੀ ਹੈ। ਵੱਡੇ ਵੱਡੇ ਸਾਇੰਸਦਾਨਾਂ ਨੇ ਸਪੇਸ ਦੇ ਵਿੱਚ ਜਾ ਕੇ, ਉੱਪਰ ਜਾ ਕੇ ਬਹੁਤ ਸਾਰੇ ਸਪਸ਼ਟੀਕਰਨ ਦਿੱਤੇ ਹੈ ਕਿ ਰੱਬ ਕੀ ਹੈ, ਕਿੱਥੇ ਰਹਿੰਦਾ। ਹੁਣ ਉਹ ਜ਼ਮਾਨਾ ਨਹੀਂ ਰਹਿ ਗਿਆ ਕਿ ਨਰਕ ਕਿੱਥੇ ਹੈ ਤੇ ਸਵਰਗ ਕਿੱਥੇ ਹੈ। ਇਹ ਜਿਹੀਆਂ ਗੱਲਾਂ ਜਿਹੜੀਆਂ ਉਹ ਖਤਮ ਹੋ ਗਈਆਂ। ਉੱਤੇ ਜਾ ਕੇ ਵੇਖ ਲਿਆ, ਕੋਈ ਸਵਰਗ ਨਰਕ ਨਹੀਂ, ਉੱਤੇ ਸਭ ਖਲਾ ਹੈ, ਸਪੇਸ ਹੈ, ਸਟਾਰਸ ਹੈ, ਗਲੈਕਸੀਜ਼ ਹੈ, ਯੂਨੀਵਰਸਸ ਹੈ। ਇਹ ਸਾਰੀਆਂ ਚੀਜ਼ਾਂ ਸਾਇੰਸ ਨੇ ਹੁਣ ਵੇਖ ਲਈਆਂ ਤੇ ਹੁਣ ਸਾਨੂੰ ਰੱਬ ਬਾਰੇ ਮਾਡਰਨ ਟਾਈਮ ਦੇ ਵਿੱਚ ਕਨਸੈਪਟ ਜਿਹੜਾ ਇਹ ਬਣਾਉਣਾ ਸੌਖਾ ਹੈ। ਤੇ ਆਓ ਆਪਾਂ ਹੁਣ ਦੇਖਾਂਗੇ ਕਿ ਰੱਬ ਦਾ ਕਨਸੈਪਟ ਕੀ ਹੈ ਤੇ ਰੱਬ ਕਿਸ ਤਰ੍ਹਾਂ ਸਮਝਿਆ ਜਾਂਦਾ। ਮੈਂ ਅੱਜ ਪਹਿਲੀ ਵਾਰਤਾਲਾਪ ਦੇ ਵਿੱਚ ਇਹ ਗੱਲ ਕਹਿਣੀ ਚਾਹੂੰਗਾ ਕਿ ਇਹਦੀਆਂ
ਡੈਫੀਨੇਸ਼ਨ ਜੇ ਅਸੀਂ ਵੱਖਰੇ ਵੱਖਰੇ ਗ੍ਰੰਥਾਂ ਦੇ ਵਿੱਚੋਂ ਚੁੱਕੀਏ ਜਿਹੜੇ ਇਨਸਾਨ ਨੇ ਬਣਾਏ ਆ, ਜਿੱਤੇ ਬਹੁਤ ਬਹੁਤ ਵੱਡੇ ਧਰਮ ਜਿਹੜੇ ਉਸਰ ਗਏ ਆ, ਉਹਨਾਂ ਦੇ ਵਿੱਚੋਂ ਵੱਡੇ ਵੱਡੇ ਧਰਮਾਂ ਦੇ ਵਿੱਚੋਂ ਹਿੰਦੂਇਜ਼ਮ ਹੈ, ਕ੍ਰਿਸਚੀਅਨਿਟੀ ਹੈ, ਇਸਲਾਮ ਹੈ, ਸਿੱਖ ਧਰਮ ਹੈ। ਇਹਨਾਂ ਦੇ ਜਿਹੜੇ ਧਾਰਮਿਕ ਗ੍ਰੰਥ ਹੈ ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਸਹੀ ਮੰਨਦੇ ਹਾਂ, ਇਹਨਾਂ ਦੀ ਸਿੱਖਿਆ ਦੇ ਵਿੱਚੋਂ ਹੀ ਆਪਾਂ ਨਿਚੋੜ ਕੱਢ ਕੇ ਦੇਖਾਂਗੇ ਕਿ ਰੱਬ ਦੀ ਡੈਫੀਨੇਸ਼ਨ ਕੀ ਹੈ। ਜੇ ਸਾਡੇ ਗੁਰੂਆਂ ਨੇ, ਜੇ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਰੱਬ ਦਾ ਮੁਹਾਂਦਰਾ ਜਿਹੜਾ ਇਸ ਨੂੰ ਡਿਸਕ੍ਰਾਈਬ ਕੀਤਾ ਕਿ ਰੱਬ ਇਸ ਤਰ੍ਹਾਂ ਦਾ ਹੈ, ਉਹ ਸਾਰਾ ਅਸੀਂ ਕਾਮਨ ਨਿਚੋੜ ਕੱਢ ਕੇ ਉਹਨੂੰ ਸੋਚੀਏ ਵੀ ਰੱਬ ਇਹੋ ਜਿਹਾ ਹੈ, ਤੇ ਫਿਰ ਇਹੋ ਜਿਹੇ ਰੱਬ ਨੂੰ ਮੰਨਣ ਦੀ ਕੋਸ਼ਿਸ਼ ਕਰੀਏ। ਸੋ ਸਭ ਤੋਂ ਪਹਿਲਾਂ ਮੈਂ ਅਗਲੇ ਜਿਹੜੀ ਸੀਰੀਜ਼ ਹੈ ਉਹਦੇ ਵਿੱਚ ਤੁਹਾਨੂੰ ਵੇਰਵੇ ਸਹਿਤ ਦੱਸਾਂਗਾ ਕਿ ਕੁਰਾਨ ਸ਼ਰੀਫ 'ਚ ਕੀ ਲਿਖਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ, ਸ਼੍ਰੀ ਮਦ ਭਗਵਤ ਗੀਤਾ ਦੇ ਵਿੱਚ ਕੀ ਲਿਖਿਆ, ਇਹਨਾਂ ਤੇ ਬਾਈਬਲ ਦੇ ਵਿੱਚ ਕੀ ਲਿਖਿਆ। ਫਿਰ ਅਸੀਂ ਇਸ ਗੱਲ ਦੇ ਇਸ ਤੋਂ ਬਾਅਦ ਨਿਰਣਾ ਕਰਾਂਗੇ ਕਿ ਇਹਨਾਂ ਦੇ ਵਿੱਚ ਕਾਮਨ ਚੀਜ਼ ਕੀ ਹੈ। ਜੇ ਉਹ ਲਿਖਿਆ ਤੇ ਉਹ ਕਿਹੜੀ ਚੀਜ਼ ਹੈ ਜਿਸ ਨੂੰ ਆਪਾਂ ਰੱਬ ਕਹਿ ਸਕਦੇ ਹਾਂ, ਜਿਸ ਨੂੰ ਵਿਗਿਆਨ ਨੇ ਵੀ ਸਹੀ ਕੀਤਾ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਅਗਲੇ ਜਿਹੜਾ ਐਪੀਸੋਡ ਹੈ ਉਸ ਦੇ ਵਿੱਚ ਤੁਹਾਡੇ ਨਾਲ ਵਿਰਸਾ ਜਿਹੜਾ ਉਹ ਸਾਂਝਾ ਕਰੂੰਗਾ। ਉਦੋਂ ਤੱਕ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।